ਚੰਗੀ ਜ਼ਿੰਮੇਦਾਰ ਬੰਦੇ ਹੈ ਜਾਂ ਕੋਈ ਚੰਗਾ ਖਿਡਾਰੀ ਜਿਹਦੇ ਉੱਤੇ ਤੱਕ ਪਹੁੰਚ ਜਾਂਦੀ ਤਾਂ ਉਹਨੂੰ ਹੀ ਕਿਉਂ ਨੌਕਰੀ ਮਿਲਦੀ ਹੈ। ਜੇ ਅਸੀਂ ਮੰਨ ਲਓ ਜੇ ਅਸੀਂ ਇੰਟਰਨੈਸ਼ਨਲ ਖੇਡ ਆਉਂਦੇ ਹਾਂ, ਇੰਡੀਆ ਦਾ ਨਾਮ ਰੋਸ਼ਨ ਕਰ ਦਿੰਦੇ ਹਾਂ, ਤਾਂ ਇਹਦਾ ਮਤਲਬ ਅਸੀਂ ਮਾੜੇ ਹਾਂ ਫਿਰ। ਅਤੇ ਮੈਂ ਸ਼੍ਰੀਲੰਕਾ ਵਿੱਚ ਜਿਹੜੇ ਇੰਟਰਨੈਸ਼ਨਲ ਗੇਮਸ ਹੋਈਆਂ ਸੀ, ਹੁਣ ਮੈਂ ਪਾਕਿਸਤਾਨ ਨੂੰ ਹਰਾ ਕੇ ਮੁਹੰਮਦ ਸ਼ੇਰ ਖਾਨ ਜਿਹਦਾ ਅੱਜ ਪਾਕਿਸਤਾਨ ਦੇ ਅੰਦਰ ਨਾਮ ਗੂੰਜਦਾ ਹੈ, ਜਿਹਦੇ ਨਾਮ 'ਤੇ ਨੈਸ਼ਨਲ ਰਿਕਾਰਡ ਚੱਲਦਾ ਹੈ, ਉਹਦਾ ਮੈਂ ਬ੍ਰੇਕ ਕਰਕੇ ਅਤੇ ਉਸ ਸਮੇਂ ਜਿੱਤਿਆ ਸੀ। ਕੁਝ ਟਾਈਮ ਮੇਰੇ 'ਤੇ ਇੰਨਾ ਪ੍ਰੈਸ਼ਰ ਸੀ ਕਿ ਇਹਨੂੰ ਇੱਕ ਸਾਈਡ ਬੰਦ ਕਰਕੇ, ਮੈਡਲਾਂ ਨੂੰ ਪੇਟੀ ਵਿੱਚ ਬੰਦ ਕਰਕੇ ਇੱਕ ਕੋਰਨੇ 'ਤੇ ਰੱਖਦਾ। ਮੈਂ ਖੁਦ ਨਹਿਰ ਕੋਲੋਂ ਮੁੜ ਕੇ ਆਉਂਦਾ ਰਿਹਾ ਜੀ, ਇੱਕ ਵਾਰ ਨਹੀਂ, 2 ਵਾਰ, ਘੱਟੋ ਮੈਂ 7-8 ਵਾਰੀ ਮੈਂ ਮੁੜ ਕੇ ਆਉਂਦਾ ਰਿਹਾ। ਸਰਕਾਰੀ ਡਿਪਾਰਟਮੈਂਟਾਂ ਵਿੱਚ ਮੈਂ ਮੇਲ ਵੀ ਪਾ ਚੁੱਕਿਆ, ਜਿਵੇਂ ਇਨਕਮ ਟੈਕਸ ਡਿਪਾਰਟਮੈਂਟ, ਐਕਸਾਈਜ਼ ਡਿਪਾਰਟਮੈਂਟ, ਬਿਜ਼ਨਸ ਡਿਪਾਰਟਮੈਂਟ, ਪੋਸਟਲ ਡਿਪਾਰਟਮੈਂਟ ਹੋ ਗਏ ਆਪਣੇ, ਜਾਂ ਸਾਈਬਰ ਕ੍ਰਾਈਮ ਡਿਪਾਰਟਮੈਂਟ ਵਾਲੇ ਜਿਨ੍ਹਾਂ ਦੇ ਕਮਿਸ਼ਨਰ ਹੈ ਜੋ ਇੰਚਾਰਜ, ਉਹਨਾਂ ਨੂੰ ਮੇਲ ਪਾ ਚੁੱਕੇ ਜੋਬ ਦੇ ਰਿਗਾਰਡਿੰਗ, ਜਾਂ ਜੋ ਮੇਰੇ ਸਕਿੱਲਸ ਆ ਉਹਨੂੰ ਦੇਖਦੇ, ਉਹਨਾਂ ਦੇ ਵੀ ਕੋਈ ਰਿਪਲਾਈ ਨਹੀਂ ਆ ਰਿਹਾ। ਇਹ ਜਿਹੜੇ ਸਰਟੀਫਿਕੇਟ ਤੁਸੀਂ ਦੇਖ ਰਹੇ ਹੋ, ਇਹ ਸਰਟੀਫਿਕੇਟਾਂ ਦੀ ਲਿਸਟ ਐਡੀ ਲੰਬੀ ਆ ਕਿ ਆਖਰਕਾਰ ਜਿੰਨੇ ਦੇਖੀ ਜਾਈਏ ਤਾਂ ਇੱਕ ਬਹੁਤ ਲੰਬਾ ਸਮਾਂ ਚਾਹੀਦਾ, ਪਰ ਦੂਜੇ ਪਾਸੇ ਦੇਖੀਏ ਤਾਂ ਇਹ ਸਰਟੀਫਿਕੇਟ ਅੱਜ ਪੰਜਾਬ ਦੇ ਸਪੋਰਟਸ ਵਿਭਾਗ ਜਾਂ ਕਹੀਏ ਕਿ ਡਿਪਾਰਟਮੈਂਟ ਦੇ ਨਾਲ ਨਾਲ ਮੰਤਰੀ ਦੀ ਉਸ ਗੱਲ ਦੀ ਵੀ ਪੋਲ ਖੋਲ੍ਹਦੇ ਨੇ ਕਿ ਆਖਰਕਾਰ ਜਦੋਂ ਉਹਨਾਂ ਦੇ ਦਾਅਵੇ ਨੇ ਤਾਂ ਜਾਂ ਤਾਂ ਉਹ ਦਾਅਵੇ ਝੂਠੇ, ਜਾਂ ਫਿਰ ਇਹ ਸਰਟੀਫਿਕੇਟ ਝੂਠੇ ਕਿ ਜਿਹੜੇ ਮੁੰਡੇ ਨੇ ਜਿੱਤੇ ਖੇਡਾਂ ਦੇ ਵਿੱਚ ਮੱਲਾ ਮਾਰਨ ਵਾਲਾ ਬਠਿੰਡੇ ਜ਼ਿਲ੍ਹੇ ਦੇ। ਅੱਜ ਉਸ ਮੁੰਡੇ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਜੇ ਤੁਸੀਂ ਮੇਰੇ ਹੱਥ ਦੇ ਵਿੱਚ ਵੀ ਦੇਖੋ ਤਾਂ ਤੁਹਾਨੂੰ ਦਿਖਾ ਦਈਏ ਕਿ ਇਹ ਸਰਟੀਫਿਕੇਟਾਂ ਦੇ ਭਾਰ ਚੱਕੇ ਨਹੀਂ ਜਾਂਦੇ, ਪਰ ਸਰਕਾਰ ਸ਼ਾਇਦ ਇਹ ਕਹਿੰਦੀ ਹੈ ਕਿ ਇਹਨਾਂ ਦਾ ਮੁੱਲ ਕੋਈ ਨਹੀਂ। ਮੁੱਲ ਇਸ ਵਾਸਤੇ ਕਿਉਂਕਿ ਦਰ ਠੋਕਰਾਂ ਖਾਣ ਦੇ ਨਾਲ ਮੰਤਰੀਆਂ ਦੇ ਦੁਆਰੇ ਨਾਲੋਂ ਨਾਲ ਸੀਐਮ ਤੱਕ ਜੇ ਕਹੀਏ ਕਿ ਪਹੁੰਚ ਕਿੰਨੇ ਵਾਰੀ ਕਰ ਚੁੱਕਿਆ ਮੁੰਡਾ, ਪਰ ਉਸ ਤੋਂ ਬਾਅਦ ਵੀ ਨੌਕਰੀ ਹੀਲੇ ਵਸੀਲੇ ਨਹੀਂ। ਸੀਐਮ ਤੱਕ ਤਾਂ ਕਰਕੇ ਕਿਉਂਕਿ ਸੀਐਮ ਆਫਿਸ ਉਹਨਾਂ ਦੇ OSDA ਨੂੰ ਮਿਲ ਚੁੱਕਿਆ, ਪਰ ਹਜੇ ਤੱਕ ਜਵਾਬ ਕੋਈ ਪੁਖਤਾ ਰੂਪ ਦੇ ਵਿੱਚ ਨਹੀਂ ਕਿ ਨੌਕਰੀ ਮਿਲੂਗੀ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਕੁਨਾਰ ਨਾਲ ਤੁਹਾਨੂੰ ਅੱਜ ਬੁਲਾਵਾਂਗੇ। ਕੁਨਾਰ ਇਸ ਟਾਈਮ ਦੇਖਿਆ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਏਡੀ ਵੱਡੀ ਇੱਕ ਫੈਰਿਸਟ ਹੈਗੀ ਪੂਰੀ ਸਰਟੀਫਿਕੇਟਾਂ ਦੀ, ਸ਼ਾਇਦ ਗਿਣੇ ਨਾ ਜਾਣ ਪੂਰੇ 1 ਲੱਖ ਦਾ ਵੀ ਆਖਰ ਕਿੰਨੇ ਨੇਗੇ, ਤਾਂ ਸਪੋਰਟਸ ਵਿਭਾਗ ਤਾਂ ਇਹ ਗੱਲ ਕਹਿੰਦਾ ਤੇ ਮੰਤਰੀ ਰਾਣਾ ਸੋਢੀ ਇਹ ਗੱਲ ਕਹਿੰਦੇ ਨੇ ਵੀ ਜਿਹੜੇ ਵੀ ਪੰਜਾਬ ਦੇ ਖਿਡਾਰੀ ਨੇ ਤੁਸੀਂ, ਕਿਉਂਕਿ ਹਰਿਆਣੇ ਨਾਲ ਕੰਪੇਅਰ ਕਰਦੇ ਨੇ ਆਮ ਤੌਰ ਤੇ, ਕਹਿੰਦੇ ਹਰਿਆਣੇ ਨਾਲ ਕੰਪੇਅਰ ਨਾ ਕਰੋ, ਪੰਜਾਬ ਤਾਂ ਬਹੁਤ ਜ਼ਿਆਦਾ ਅੱਗੇ ਹੈਗਾ ਸਹੂਲਤਾਂ ਦੇਣ 'ਚ। ਦੇਖੋ ਜੀ, ਇਹ ਮੈਂ ਪੰਜਾਬ ਦੀ ਗੱਲ ਕਰਾਂ, ਜੇ ਮੈਂ ਪਾਲਿਸੀਆਂ ਦੀ ਗੱਲ ਕਰਾਂ ਤਾਂ ਪਾਲਿਸੀਆਂ ਦੇ ਵਿੱਚ 550 ਖਿਡਾਰੀ A+ ਗ੍ਰੇਡ ਦਾ ਆ ਰਿਹਾ। ਕੋਈ ਮੈਨੂੰ ਇੱਕ ਖਿਡਾਰੀ ਵੀ ਦੱਸ ਦਿਓ ਜਿਹਨੂੰ ਹਜੇ ਤੱਕ ਸਪੋਰਟਸ ਡਿਪਾਰਟਮੈਂਟ ਦੇ ਰਾਣਾ ਗੁਰਜੀਤ ਸਿੰਘ ਸੋਢੀ ਨੇ ਮਦਦ ਕੀਤੀ ਹੋਵੇ ਜਾਂ ਨੌਕਰੀ ਦਿੱਤੀ ਹੋਵੇ। ਜ਼ਰੂਰੀ ਹੈ ਜੇ ਕੋਈ ਉੱਚੇ ਸ਼ਹਿਰ ਦਾ ਜਾਂ ਜਿਹਦੇ ਕੋਲ ਚੰਗਾ ਪੈਸਾ ਹੈ, ਚੰਗੀ ਜ਼ਿੰਮੇਦਾਰ ਬੰਦੇ ਹੈ, ਜਾਂ ਕੋਈ ਚੰਗਾ ਖਿਡਾਰੀ ਜਿਹਦੇ ਉੱਤੇ ਤੱਕ ਪਹੁੰਚ ਜਾਂਦੀ ਤਾਂ ਉਹਨੂੰ ਹੀ ਕਿਉਂ ਨੌਕਰੀ ਮਿਲਦੀ ਹੈ ਜੀ। ਜੇ ਅਸੀਂ ਮੰਨ ਲਓ ਜੇ ਅਸੀਂ ਇੰਟਰਨੈਸ਼ਨਲ ਖੇਡ ਆਉਂਦੇ ਹਾਂ, ਇੰਡੀਆ ਦਾ ਨਾਮ ਰੋਸ਼ਨ ਕਰ ਦਿੰਦੇ ਹਾਂ, ਤਾਂ ਇਹਦਾ ਮਤਲਬ ਅਸੀਂ ਮਾੜੇ ਹਾਂ ਫਿਰ। ਹੁਣ ਪਹਿਲਾਂ ਤਾਂ ਇਹ ਦੱਸ ਦਿਓ ਕਿਹੜੀਆਂ ਖੇਡਾਂ ਦੇ ਵਿੱਚ ਕੀ ਆਖਰਕਾਰ ਤੁਹਾਡੀ ਉਪਲਬਧੀਆਂ ਹੈਗੀਆਂ ਨੇ, ਕਿਉਂਕਿ ਜੇ ਸਾਰੇ ਸਰਟੀਫਿਕੇਟਾਂ ਦੀ ਗੱਲ ਕਰੀਏ ਵਾਰੀ ਕਰ ਲਾਂਗੇ। ਇੱਕ ਆਹ ਵਰਲਡ ਬੁੱਕ ਆਫ ਰਿਕਾਰਡ ਦਾ ਵੀ ਤੁਹਾਡੇ ਕੋਲ ਸਰਟੀਫਿਕੇਟ ਪਿਆ, ਕਿਹੜੀ ਖੇਡਾਂ ਦੇ ਵਿੱਚ ਜੇ ਕਹੀਏ ਤੁਹਾਡੀ ਪਾਰਟੀਸਪੇਸ਼ਨ ਹੈਗੀ ਆ ਤੇ ਕੀ ਕੁਝ ਹੁਣ ਤੱਕ ਜਿੱਤਿਆ ਖੱਟਿਆ। ਜੇ ਮੈਂ ਵਰਲਡ ਬੁੱਕ ਆਫ ਰਿਕਾਰਡ ਦੀ ਗੱਲ ਕਰਨਾ, ਇਹ ਰਿਕਾਰਡ ਕੋਈ ਚੁਣਦਾ ਪਲੇਅਰ ਨੂੰ ਮਿਲ ਜਾਂਦੇ ਆ, ਯੂਨਾਈਟਿਡ ਕਿੰਗਡਮ ਵੱਲੋਂ ਇਹ ਮਿਲ ਜਾਂਦੇ, ਜੋ ਕਿ ਮੇਰੀਆਂ ਉਪਲਬਧੀਆਂ, ਮੇਰੀ ਟੈਕਨੀਕਲ ਸਕਿੱਲ ਹੈ, ਜੋ ਮੇਰੇ ਸਰਟੀਫਿਕੇਟ ਹੈ, ਜੋ ਰਿਕਾਰਡ ਤੋੜ ਰਹੇ ਆ, ਇੰਡੀਆ ਦਾ ਰਿਕਾਰਡ ਤੋੜ ਚੁੱਕੇ ਜੋ ਸਰਟੀਫਿਕੇਟ ਦੇ ਵਿੱਚ, ਉਸ ਨੂੰ ਆਧਾਰ 'ਤੇ ਦੇਖ ਕੇ ਦਿੱਤੇ ਗਏ ਹੈ। ਅਤੇ ਮੇਰੀ ਇੰਟਰਨੈਸ਼ਨਲ ਗੇਮਾਂ ਟਾਈਕਵਾਂਡੋ, ਐਥਲੈਟਿਕ ਵਿੱਚ ਦੋਨਾਂ ਵਿੱਚ ਮੈਂ ਗੋਲਡ ਹੈ। ਐਥਲੈਟਿਕ ਵਿੱਚ ਮੈਂ ਦੱਸ ਦੇਣਾ ਚਾਹਾਂਗਾ ਕਿ ਐਥਲੈਟਿਕ ਵਿੱਚ ਮੈਂ ਲੌਂਗ ਜੰਪ ਖਿਡਾਰੀ ਹਾਂ, ਅਤੇ ਮੈਂ ਸ਼੍ਰੀਲੰਕਾ ਵਿੱਚ ਜਿਹੜੇ ਇੰਟਰਨੈਸ਼ਨਲ ਗੇਮਸ ਹੋਈਆਂ ਸੀ, ਹੁਣ ਮੈਂ ਪਾਕਿਸਤਾਨ ਨੂੰ ਹਰਾ ਕੇ ਮੁਹੰਮਦ ਸ਼ੇਰ ਖਾਨ ਜਿਹਦਾ ਅੱਜ ਪਾਕਿਸਤਾਨ ਦੇ ਅੰਦਰ ਨਾਮ ਗੂੰਜਦਾ ਹੈ, ਜਿਹਦੇ ਨਾਮ 'ਤੇ ਨੈਸ਼ਨਲ ਰਿਕਾਰਡ ਚੱਲਦਾ ਹੈ, ਉਹਦਾ ਮੈਂ ਬ੍ਰੇਕ ਕਰਕੇ ਅਤੇ ਉਸ ਸਮੇਂ ਜਿੱਤਿਆ ਸੀ। ਤੇ ਉਸ ਤੋਂ ਬਾਅਦ ਜੇ ਦੇਖੀਏ ਕਿ ਇਹ ਵਾਰੀ ਪਾਰਟੀਸਪੇਸ਼ਨ ਕਰਦੇ ਰਹੇ ਹੋ, ਜਿਸ ਤਰ੍ਹਾਂ ਦੇ ਸਰਟੀਫਿਕੇਟ ਨੇਗੇ ਸਕਿੱਲ ਦੇ, ਜਿਵੇਂ ਤੁਸੀਂ ਦੱਸਿਆ ਕਿ ਬਾਕੀ ਚੀਜ਼ਾਂ ਦੇ ਵਿੱਚ ਵੀ ਰੁਚੀ ਆ। ਦੇਖੋ, ਜੋ ਪ੍ਰਮਾਤਮਾ ਨੇ ਅੰਦਰ ਗੁਣ ਭਰਿਆ ਕਦੇ ਛੱਡੋ ਨਾ। ਪ੍ਰਮਾਤਮਾ ਦੀ ਪਤਾ ਨਹੀਂ ਕਿਹੜੀ ਲਾਈਨ ਕਿਹੜੇ ਸਿਰੇ ਬੰਦੇ,
ਤਾਂ ਜੋ ਵੀ ਮੇਰੇ ਸਾਹਮਣੇ ਆਂਦਾ ਰਿਹਾ ਮੈਂ ਕਰਦਾ ਰਿਹਾ, ਕਿਉਂਕਿ ਆਉਣ ਵਾਲੇ ਟਾਈਮ ਵਿੱਚ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਜਾਣਾ ਹੈ ਕਿ ਕੋਈ ਕਹੂਗਾ ਤੁਹਾਡੇ ਕੋਲ ਸਪੋਰਟਸ ਹੈ ਨਹੀਂ, ਤਾਂ ਕੋਈ ਕਹੂਗਾ ਤੁਹਾਡੇ ਕੋਲ ਇਹ ਸਕਿੱਲ ਹੈ ਨਹੀਂ, ਵੀ ਕਿਸੇ ਦੇ ਵਿੱਚੋਂ ਕੋਈ ਨਾ ਕੋਈ ਉਹਨਾਂ ਨੇ ਕਮੀ ਪੇਸ਼ੀ ਕੱਢਦੀ ਰਹਿਣੀ। ਯਾਨੀ ਕਿ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਵਾਸਤੇ ਇੱਕ ਤਰ੍ਹਾਂ ਦਾ ਇਹ ਦੇਖ ਲਿਆ ਵੀ ਬਹਾਨਾ ਕੋਈ ਅੱਗੋਂ ਨਾ ਰਹਿ ਜੇ। ਜੇ ਅੱਜ ਕੋਈ ਵਿਭਾਗ ਇਹ ਗੱਲ ਕਹਿੰਦਾ ਵੀ ਤੁਹਾਡੇ ਕੋਲ ਆਹ ਚੀਜ਼ ਨਹੀਂ ਹੋਣੀ ਤਾਂ ਉਹ ਹਰ ਇੱਕ ਚੀਜ਼ ਪੂਰੀ ਕੀਤੀ ਹੈ ਤੁਸੀਂ? ਹਾਂਜੀ, ਹਰੇਕ ਚੀਜ਼ ਪੂਰੀ ਕੀਤੀ ਆ। ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਮੈਂ ਘੱਟੋ ਘੱਟ 22 ਸਰਕਾਰੀ ਡਿਪਾਰਟਮੈਂਟਾਂ ਵਿੱਚ ਮੈਂ ਮੇਲ ਵੀ ਪਾ ਚੁੱਕਿਆ, ਜਿਵੇਂ ਇਨਕਮ ਟੈਕਸ ਡਿਪਾਰਟਮੈਂਟ, ਐਕਸਾਈਜ਼ ਡਿਪਾਰਟਮੈਂਟ, ਬਿਜ਼ਨਸ ਡਿਪਾਰਟਮੈਂਟ, ਪੋਸਟਲ ਡਿਪਾਰਟਮੈਂਟ ਹੋ ਗਏ ਆਪਣੇ, ਜਾਂ ਸਾਈਬਰ ਕ੍ਰਾਈਮ ਡਿਪਾਰਟਮੈਂਟ ਵਾਲੇ ਜਿਨ੍ਹਾਂ ਦੇ ਕਮਿਸ਼ਨਰ ਹੈ ਜੋ ਇੰਚਾਰਜ ਉਹਨਾਂ ਮੇਲ ਪਾ ਚੁੱਕੇ ਹਾਂ ਜੋਬ ਦੇ ਰਿਕਾਰਡਿੰਗ, ਜਾਂ ਜੋ ਮੇਰੇ ਸਕਿੱਲਸ ਆ ਉਹਨੂੰ ਦੇਖਦੇ, ਉਹਨਾਂ ਦੇ ਵੀ ਕੋਈ ਰਿਪਲਾਈ ਨਹੀਂ ਆ ਰਿਹਾ। ਤਾਂ ਕਿਸੇ ਦਾ ਰਿਪਲਾਈ ਆਉਂਦਾ ਹੈ ਤਾਂ ਉਹਨਾਂ ਦੀ ਰਿਪਲਾਈ ਦੇ ਵਿੱਚ ਇੱਕ ਚੀਜ਼ ਲਿਖੀ ਹੁੰਦੀ ਹੈ ਜੀ, ਅਸੀਂ ਕਾਰਵਾਈ ਕਰਦੇ ਹਾਂ, ਜਾਂ ਅਸੀਂ ਅੱਗੇ ਤੁਹਾਡੀ ਉਪਲਬਧੀਆਂ ਅਸੀਂ ਅੱਗੇ ਭੇਜਦੇ ਹਾਂ। ਹੋ ਸਕਦਾ ਕਿਤੇ ਅੱਖੋਂ ਪਰੋਖੇ ਰਹਿ ਗਿਆ ਹੋਵੇ ਸਪੋਰਟਸ ਡਿਪਾਰਟਮੈਂਟ ਪੰਜਾਬ ਦੀ ਜੇ ਗੱਲ ਕਰੀਏ, ਕਿਉਂਕਿ ਕਈ ਵਾਰ ਫੰਕਸ਼ਨ ਹੁੰਦੇ ਨੇ ਰਾਣਾ ਸੋਢੀ ਬੜਾ ਇੱਕ ਥੋਕ ਕੇ ਦਾਵਾ ਕਰਦੇ ਨੇ ਤੇ ਨਾਲ ਹੀ ਉਹਨਾਂ ਦੇ ਅਫਸਰ ਵੀ ਕਰਦੇ ਨੇ ਕਿ ਕੋਈ ਵੀ ਖਿਡਾਰੀ ਦੀ ਅਸੀਂ ਮਦਦ ਕਰਨੀ ਪਿੱਛੇ ਨਹੀਂ ਰਹਾਂਗੇ, ਤੇ ਕਿਸੇ ਵੀ ਖਿਡਾਰੀ ਨੂੰ ਇਹ ਨਹੀਂ ਹੈਗਾ ਕਿ ਉਹਦਾ ਬੰਦਾ ਮਾਨ ਸਨਮਾਨ ਨਾ ਮਿਲੇ। ਤਾਂ ਫਿਰ ਕਿਵੇਂ ਕਹਿ ਦਈਏ ਕਿ ਆਖਰਕਾਰ ਉਹ ਸਾਰੀਆਂ ਚੀਜ਼ਾਂ ਝੂਠੀਆਂ ਨੇ? ਦੇਖੋ, ਜੇ ਮੈਂ ਜ਼ਿਆਦਾ ਦੂਰ ਨਹੀਂ ਜਾ ਰਿਹਾ, ਬਠਿੰਡੇ ਦੇ ਨਾਲ 5 ਬਾਰਡਰ ਏਰੀਆ ਲੱਗਦੇ ਨੇ ਸਟੇਟਾਂ ਦੇ, ਤਾਂ ਬਠਿੰਡੇ ਦੇ ਨਾਲ ਹਰਿਆਣਾ ਵੀ ਲੱਗਦਾ। ਹਰਿਆਣਾ ਤਾਂ ਬਠਿੰਡੇ ਦੀ ਦੂਰੀ ਕੁਝ 30 ਕਿਲੋਮੀਟਰ ਦੀ ਦੂਰੀ ਹੈ, ਜ਼ਿਆਦਾ ਨਹੀਂ ਕਹਿ ਸਕਦੇ ਆਪਾਂ। ਉੱਥੋਂ ਦੇ ਖਿਡਾਰੀ ਪੁੱਛ ਲਓ ਤਾਂ ਆਪਣੇ ਖਿਡਾਰੀ ਅੱਗੇ ਕਰ ਲਓ। ਜੇ ਉਹਨਾਂ ਨਾਲ ਕੰਪੇਅਰ ਕਰਦੇ ਆ ਤਾਂ ਪੰਜਾਬ ਖੇਡ ਵਿਭਾਗ ਹੈ ਉਹ -'ਚ ਹੈ, 0 ਹੈ। ਜੇ ਇੰਨੀ ਮਦਦ ਕਰਦੇ ਹੁੰਦੇ ਤਾਂ ਜਿਹੜੇ ਗਰੀਬ ਘਰ ਦੇ ਜਿਹੜੇ ਪਲੇਅਰ ਹੈ, ਇੱਕ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ, ਇੱਕ ਗੁਰਪੁਰੇ ਦਾ ਇੱਕ ਆਪਣੇ ਪਿੰਡ ਹੈ ਗੁਰਪੁਰ ਬਲੀਆਂ ਵਾਲਾ ਇੱਕ ਪਿੰਡ ਹੈ, ਉੱਥੋਂ ਦਾ ਇੱਕ ਪਲੇਅਰ ਹੈ ਜੋ ਓਬਾਮਾ ਨੇ, ਜੋ ਅਮਰੀਕਾ ਵਿੱਚ ਓਲੰਪਿਕ ਹੋਏ ਸੀ, ਓਬਾਮਾ ਨੇ ਉਹਦੇ ਗੱਲ ਵਿੱਚ 골ਡ ਮੈਡਲ ਪਾਇਆ ਸੀ। ਅੱਜ ਉਹ ਬੰਦਾ ਹਸਪੀਟਲ ਵਿੱਚ ਤੜਫੀ ਜਾਂਦਾ, ਕਿਸਾਨੀ ਕਰਦਾ, ਮਜ਼ਦੂਰੀ ਕਰਦਾ। ਜੇ ਇੰਨਾ ਹੀ ਉਹ ਡਿਵੈਲਪ ਹੈਗੀ ਹੈ, ਇੰਨਾ ਹੀ ਹੈ ਕੁਛ ਵੀ ਪੰਜਾਬ ਦੇ ਸਪੋਰਟਸ ਵਿਭਾਗ ਵਿੱਚ, ਫਿਰ ਉਹਨੂੰ ਚੰਗੇ ਰੰਗ 'ਤੇ ਦਰਜਾ ਦਿੰਦੇ। ਜੋ ਬੰਦਾ ਓਬਾਮਾ ਕੋਲੋਂ, ਜਿਹੜਾ ਬੰਦਾ ਓਬਾਮਾ ਕੋਲੋਂ ਮੈਡਲ ਪਵਾ ਸਕਦਾ ਹੈ, ਉਹ ਬੰਦਾ ਕੁਝ ਵੀ ਕਰ ਸਕਦਾ ਅੱਗੇ ਆਉਣ ਵਾਲੇ ਟਾਈਮ 'ਚ। ਹੁਣ ਹੋਰ ਮੌਕਾ ਮਿਲਣਾ ਚਾਹੀਦਾ ਸੀ ਇਹੋ ਜਿਹੇ ਪਲੇਅਰਾਂ ਨੂੰ। ਜਿਵੇਂ ਪਿੱਛੇ ਇੱਕ ਲੜਕੀ ਸੀ, ਮਾਨਸਾ ਸਾਈਡ ਦੀ ਲੜਕੀ ਸੀ ਇੱਕ, ਆਈ ਵੀ ਸੀਗੀ ਉਰੇ ਸਾਨੂੰ ਮਿਲੀ ਵੀ ਸੀ, ਉਹ ਤਾਂ ਨੌਕਰੀ ਠੁਕਰਾਤੀ ਸੀ ਉਹਨੇ ਇੱਕ ਵਾਰੀ, ਜਿਹੜੀ ਕਹਿੰਦੀ ਤੁਸੀਂ ਕੰਟਰੈਕਟ ਤੇ ਦੇ ਰਹੇ। ਦੇਖੋ, ਨੌਕਰੀ ਠੁਕਰਾਤੀ, ਬਹੁਤ ਵਧੀਆ ਉਹਨੇ ਕੰਮ ਕੀਤਾ। ਪਹਿਲੀ ਗੱਲ ਤੁਹਾਨੂੰ ਦੱਸਣਾ, ਜਿਹੜੀ ਲੜਕੀ ਨੂੰ 12,000 ਦੀ ਨੌਕਰੀ ਮਿਲ ਰਹੀ ਹੈ, ਉਹ ਵੀ ਕੰਟਰੈਕਟ ਬੇਸ 'ਤੇ। ਅੱਜ ਨਹੀਂ ਤਾਂ ਕੱਲ੍ਹ ਸਾਲ ਬਾਅਦ ਉਹਨੂੰ ਚੱਕ ਦੇਣਾ, ਹਟਾ ਦੇਣਾ। ਉਹ ਸਰਕਾਰਾਂ ਜੀਆਂ ਪੱਕੇ ਕਰਨਾ ਨਹੀਂ ਕਿਸੇ ਨੂੰ। 12,000 ਤੇ ਜਿਹੜਾ ਝੋਨਾ ਵੇਚ ਕੇ ਉਹ 12,000 ਕਮਾਈ ਜਾਂਦੀ ਸੀ, ਝੋਨਾ ਲਾ ਕੇ 12,000 ਕਮਾਈ ਜਾਂਦੀ ਸੀ। ਉੱਥੇ ਵੀ ਧੁੱਪੇ ਸੜਨਾ, ਉੱਥੇ ਵੀ ਧੁੱਪੇ ਸੜਨਾ। 12,000 ਰੁਪਏ ਜੇ ਹੁਣ ਉੱਥੋਂ ਮਿਲੀ ਜਾਂਦਾ, ਨਾਲ ਰੋਟੀ ਮਿਲੀ ਜਾਂਦੀ ਆ। ਇੱਥੇ 12,000 ਰੁਪਏ ਜੇ ਜਿੱਥੇ ਉਹਨੂੰ ਪੋਸਟਿੰਗ ਹੋਈ ਹੋਊਗੀ, 6-7 ਹਜ਼ਾਰ ਰੁਪਏ ਤੋਂ ਉੱਥੇ ਰਹਿਣ ਦਾ ਖਰਚਾ ਆ ਜਾਣਾ। ਪਿੱਛੇ ਕੀ ਬਚਦਾ ਉਹਨੂੰ? ਕੀ ਬਚਦਾ? ਕੁਛ ਨਹੀਂ। ਪਿੱਛੇ ਕੀ ਬਚਿਆ? ਘਰ ਦਾ ਗੁਜ਼ਾਰਾ ਅਗਲੇ ਕਿਵੇਂ ਚਲਾਉਗੀ? ਖੇਤਰ 'ਚ ਤਾਂ ਮਨਪ੍ਰੀਤ ਬਾਦਲ ਆਉਂਦੇ ਨੇ, ਫਾਈਨੈਂਸ ਮਿਨਿਸਟਰ ਨੇ ਪੰਜਾਬ ਦੇ, ਉਹਨਾਂ ਨੂੰ ਨਹੀਂ ਕਦੇ ਮਿਲੇ ਹੈਗੇ? ਉਹਨਾਂ ਨੂੰ ਮੈਂ 2017 ਵਿੱਚ ਲੈਟਰ ਪਾ ਰਿਹਾ ਉਹਨਾਂ ਨੂੰ। ਮੇਰੇ ਕੋਲ ਲੈਟਰਾਂ ਦੀ ਇੱਕ ਫਾਈਲ ਬਣਾਈ ਹੋਈ ਹੈ ਲੈਟਰਾਂ ਦੀ। ਉਹ ਜਦੋਂ ਵੀ ਘਰੇ ਆਉਂਦੇ ਨੇ, ਕੁਨਾਰ ਬੇਟਾ ਤੈਨੂੰ ਮਹੀਨੇ ਅੰਦਰ ਸਾਰੀਆਂ ਸਹੂਲਤਾਂ, ਵਿੱਤੀ ਸਹਾਇਤਾ ਅਤੇ ਮੈਂ ਭਰਤੀ ਕਰਾਊਂਗਾ। ਪਿਛਲੇ 4 ਸਾਲ ਤੋਂ ਮਿਨਿਸਟਰ ਸਾਹਿਬ ਸਿਰਫ ਇੱਕੋ ਹੀ ਲਾਰਾ ਲਾ ਰਹੇ ਨੇ, ਜਾਂ ਮੈਂ ਭਰਤੀ ਕਰਾ ਦੂੰ ਜਾਂ ਤੇਰੀ ਮੈਂ ਮਦਦ ਕਰ ਦੂੰਗਾ। ਪਰ ਉਹ ਜਿੰਨੇ ਇੰਨੇ 4 ਸਾਲ ਹੋ ਗਏ, ਹੁਣ ਕਿਹਾ ਨਹੀਂ ਕਦੇ ਵੀ ਮੈਨੂੰ ਤਾਂ ਇੰਨੇ ਸਾਲ ਹੋ ਗਏ ਹੁੰਦਿਆਂ ਨੂੰ? ਦੇਖੀ, ਉਹਨਾਂ ਨੂੰ ਮੈਂ ਬਹੁਤ ਵਾਰੀ ਕਿਹਾ। ਹੁਣ ਵੋਟਾਂ ਆ ਗਈਆਂ, ਵੋਟਾਂ ਜਦੋਂ ਲੈਣ ਆਉਂਦੇ ਆ ਉਦੋਂ ਹੱਥ ਐਵੇਂ ਅਤੇ ਪੈਰਾਂ 'ਚ ਹੁੰਦੇ ਨਹੀਂ। ਜਦੋਂ ਵੋਟਾਂ ਖਤਮ ਹੋ ਜਾਂਦੇ, ਜਿੱਤ ਜਾਂਦੇ ਆ, ਉਦੋਂ ਹੀ ਨਾਲ ਦੀ ਨਾਲ ਪਾਸਾ ਪਲਟ ਜਾਂਦਾ ਉਹਨਾਂ ਦਾ। ਉਦੋਂ ਫਿਰ ਲੈਟਰ ਦਿਓ। ਗੌਰਮੈਂਟ ਦਾ ਮਤਲਬ ਕੀ ਹੁੰਦਾ? ਗੌਰਮੈਂਟ ਦਾ ਬੰਦਾ ਗੌਰ ਕਰੇ ਜਾਂ 1 ਮਿੰਟ 'ਚ, ਜਾਂ ਮਿੰਟ ਤਾਂ ਫਿਰ 4 ਕੀ 5 ਸਾਲ 'ਚ। ਸਪੋਰਟਸ ਪਾਲਿਸੀ ਦੇ ਅੰਡਰ ਆਉਂਦਾ ਸਾਰਾ ਕੁਝ, ਇਹ ਚੀਜ਼ਾਂ ਰੱਖਣ ਦਾ ਦਾਅਵਾ? ਪਾਲਿਸੀ ਜਿਹੜੀ ਬਣੀ ਹੋਈ ਹੈ, ਪੰਜਾਬ ਸਰਕਾਰ ਨੇ ਬਣਾਈ ਹੋਈ ਹੈ, ਉਹਦੇ ਅੰਡਰ ਸਭ ਕੁਛ ਆ ਰਿਹਾ। ਮੈਂ ਆਪਣੇ ਬਾਰੇ ਨਹੀਂ ਕਹਿੰਦਾ ਜੀ, ਪੰਜਾਬ ਦੇ ਅੰਦਰ 75,000 ਖਿਡਾਰੀ ਨੇ। ਮੈਂ ਆਪਣੇ ਬਾਰੇ ਨਹੀਂ ਕਹਿੰਦਾ, ਪੰਜਾਬ ਅੰਦਰ 75,000 ਖਿਡਾਰੀ ਨੇ, ਜੋ ਉਹਨਾਂ ਦੀ ਸਹੀ ਤਰੀਕੇ ਨਾਲ ਉਹਨੇ ਸੰਭਾਲ ਕਰੀ ਜਾਵੇ ਤਾਂ ਮੈਂ ਯਕੀਨਨ ਕਹਿੰਦਾ ਕਿ ਇੰਡੀਆ ਦੇ ਟੀਮ ਦੇ ਵਿੱਚ ਜੇ ਕੋਈ ਟੀਮ ਨਹੀਂ ਰਹੂਗੀ ਜਿਹਦੇ ਅੰਦਰ ਪੰਜਾਬ ਦਾ ਖਿਡਾਰੀ ਨਾ ਹੋਵੇ। ਇਹ ਹਰ ਵਾਰੀ ਇੱਕ ਗੱਲ ਹੋਰ ਕਹੀ ਜਾਂਦੀ ਹੈ, ਜਿਵੇਂ ਹੁਣ ਤੁਸੀਂ ਖੇਡਣ ਜਾਂਦੇ ਹੋ, ਉਦੋਂ ਤਾਂ ਸਰਕਾਰ ਨੇ ਮਦਦ ਕਰੀ ਹੋਣੀ ਹੈ, ਫੀਸਾਂ ਫੂਸਾਂ ਭਰੀਆਂ ਹੋਣੀਆਂ ਤੁਹਾਡੀਆਂ? ਦੇਖੋ, ਮੈਨੂੰ ਇੱਕ ਵਾਰੀ 15,000 ਦਾ ਲੈਟਰ ਆਇਆ ਸੀ, ਵਿੱਤੀ ਸਹਾਇਤਾ 15,000 ਦੀ।
ਉਹ ਵੀ ਹੁਣ ਕਿਤੇ ਆ ਕੇ ਮੈਨੂੰ ਮਿਲਿਆ। ਵਿੱਤੀ ਸਹਾਇਤਾ 15,000 ਦੀ ਬਹੁਤ ਵੱਡੀ ਅਮਾਊਂਟ ਦਿੱਤੀ ਸੀਗੀ ਇਹ ਉਦੋਂ, ਤੇ ਅਸੀਂ ਜਾਂਦੇ ਹਾਂ ਕਿਤੇ ਵੀ ਆਪਦਾ ਪੱਲੋਂ ਖਰਚਾ ਕਰਕੇ ਜਾਂਦੇ ਹਾਂ। ਅੱਛਾ, ਉਦੋਂ ਨਹੀਂ ਉਹ ਕੋਚਿਸ ਵਗੈਰਾ ਦੇ ਥਰੂ ਜਾਂਦੇ ਨਹੀਂ ਸਰਕਾਰ ਤੱਕ ਗੱਲ ਵੀ ਇਹਨੂੰ ਮੁੰਡੇ ਨੂੰ ਲੋੜ ਹੈ ਜਾਂ ਇਹਨੂੰ ਕਿਵੇਂ ਗਰੀਬ ਕਰਦਾ? ਦੇਖੋ ਜਦੋਂ ਸਰਕਾਰੀ ਭ੍ਰਸ਼ਟਾਚਾਰ ਹੋਵੇ ਤਾਂ ਕੋਚਿਸ ਕੀ ਕਰ ਲੈਣੀ ਹੈ, ਕਿਹਨੂੰ ਕੀ ਕਿੱਥੋਂ ਤੱਕ ਕਹਿ ਲੈਣ। ਉਹ ਵੀ ਕਹਿ ਕੇ ਅੱਕ ਕੇ ਬਹਿ ਜਾਂਦੇ ਆ, ਉਹਨਾਂ ਦੀ ਵੀ 100 ਮਜਬੂਰੀਆਂ ਹੁੰਦੀਆਂ ਹੀ ਅੱਗੇ। ਤੇ ਹੁਣ ਆਖਰ ਗੱਲ ਕਰੀਏ, ਤੁਸੀਂ ਸੀਐਮ ਆਫਿਸ ਵੀ ਗਏ ਹੋਗੇ, ਇੱਕ ਤਰ੍ਹਾਂ ਦੀ ਸੀਐਮ ਤੱਕ ਤੁਸੀਂ ਅਪਰੋਚ ਲੜਾਈ, ਉੱਥੇ ਜਾ ਕੇ ਕੋਈ ਜਵਾਬ ਮਿਲਿਆ ਪੋਸਟੀ ਤੱਕ ਵੀ ਹਾਂ ਚਲੋ ਕੋਈ ਨਹੀਂ ਹੁਣ ਮਿਲ ਜੂਗੀ 4 ਸਾਲ ਲੰਘ ਗਏ ਜਿਹੜੇ? ਦੇਖੋ ਜੀ ਉੱਥੇ ਆ ਕੇ ਮੈਨੂੰ ਰਿਪਲਾਈ, ਲਾਸਟ ਟਾਈਮ ਮੈਂ ਗਿਆ ਸੀਗਾ ਜਦੋਂ ਮੈਂ ਉੱਥੋਂ, ਮੈਨੂੰ ਰਿਪਲਾਈ ਬਹੁਤ ਚੰਗਾ ਰਿਪਲਾਈ ਆਇਆ ਮੈਨੂੰ, ਜਿਹੜੀ ਇੱਕ ਦੁਬਿਧਾ ਸੰਕਟ 'ਚ ਪਾਤਾ ਮੈਨੂੰ ਵੀ ਮੈਂ ਕੀ ਰਿਪਲਾਈ ਕਰਾਂ ਅੱਗੇ। ਉਹ ਕਹਿ ਰਹੇ ਨੇ ਵੀ ਸਾਡੇ ਕੋਲ ਪਾਵਰ ਹੈ ਨਹੀਂ ਯਾਰ, ਜੇ ਤੁਹਾਡੇ ਕੋਲ ਪਾਵਰ ਹੈ ਨਹੀਂ ਸਰਕਾਰ ਕੋਲੇ, ਫਿਰ ਸਰਕਾਰ ਪੰਜਾਬ ਕਿਵੇਂ ਚਲਾ ਰਹੀ ਆ। ਇੱਕ ਮੰਤਰੀ, ਵਿੱਤ ਮੰਤਰੀ ਆ ਕੇ ਘਰੇ ਕਹਿ ਰਹੇ ਆ ਯਾਰ ਤੈਨੂੰ ਮੈਂ ਭਰਤੀ ਕਰਾਉਣ ਨੂੰ ਵਿੱਤੀ ਸਹਾਇਤਾ ਦੇ ਦੂੰ, ਇੱਕ OST ਸਾਹਿਬ ਜੀ ਕਹਿ ਰਹੇ ਨੇ ਕਿ ਸਾਡੇ ਕੋਲ ਪਾਵਰ ਹੈ ਨਹੀਂ। ਸਾਡੇ ਕੋਲ ਪਾਵਰ ਨਹੀਂ ਮਤਲਬ ਕੀ ਹੈ? ਦੇਖੋ ਜਦੋਂ ਸਰਕਾਰ ਦੇ ਵਿੱਚ ਆਪਸੀ ਬੰਦਿਆਂ ਦੀ ਨਹੀਂ ਬਣ ਰਹੀ ਤਾਂ ਪੰਜਾਬ ਕੀ ਚਲਾਉਣਗੇ? ਸਾਡੇ ਵਰਗੇ ਖਿਡਾਰੀਆਂ ਨੂੰ ਕਿਵੇਂ ਪੁੱਛਣਗੇ ਉਹ? ਤੇ ਇਹ ਹੁਣ ਦੇਖਿਆ ਜਾਵੇ ਪਰਿਵਾਰਕ ਸਥਿਤੀ ਕਿਹੋ ਜਿਹੀ ਹੈ? ਪਰਿਵਾਰਕ ਸਥਿਤੀ ਠੀਕ ਹੈਗੀ, ਆਖਰ ਗੁਜ਼ਾਰਾ ਠੀਕ ਚੱਲਦਾ? ਗੁਜ਼ਾਰਾ ਹੀ ਦਿਹਾੜੀਦਾਰ ਬੰਦੇ ਆ, ਜੇ ਦਿਹਾੜੀ ਲੱਗ ਗਈ ਤਾਂ ਗੁਜ਼ਾਰਾ ਹੋ ਗਿਆ, ਨਹੀਂ ਤੇ ਘਰੇ ਉਵੇਂ ਬੈਠੇ। ਤੇ ਹੁਣ ਅੱਗੇ ਦਾ ਕੀ ਮਨ ਬਣਾਇਆ? ਅੱਗੇ ਤੁਸੀਂ ਆਪਦੀ ਖੇਡ ਫਿਰ ਜਾਰੀ ਰੱਖੀ ਹੋਈ ਹੈਗੀ? ਕੋਈ ਫਾਈਨੈਂਸ਼ੀਅਲੀ ਸਮੱਸਿਆ, ਪ੍ਰੋਬਲਮ? ਖੇਡ ਤਿਆਰੀ ਪੂਰੀ ਰੱਖੀ। ਫਾਈਨੈਂਸ਼ੀਅਲ ਸਮੱਸਿਆ ਜੀ ਤੁਸੀਂ ਮੇਰੇ ਘਰ ਦੇਖ ਲਓ ਤਾਂ ਤੁਹਾਨੂੰ ਉਹੀ ਪਤਾ ਲੱਗ ਜਾਣਾ ਜੀ। ਕੋਈ ਨਹੀਂ, ਸਰਕਾਰ ਨਹੀਂ ਮਦਦ ਕਰੀ ਨਾ ਕਰੇ, ਜੇ ਸਾਨੂੰ ਦੇਸ਼ ਲਈ ਖੇਡਣ ਨੂੰ ਆਉਣ ਵਾਲੀਆਂ ਗੇਮਾਂ ਸਤੰਬਰ ਜਾਂ ਅਕਤੂਬਰ ਵਿੱਚ ਇੰਟਰਨੈਸ਼ਨਲ ਗੇਮਾਂ ਹੀ ਕੈਨੇਡਾ ਆਉਣ ਵਾਲੀ, ਉਸ 'ਚ ਮੌਕਾ ਮਿਲ ਰਿਹਾ ਮੈਨੂੰ, ਫਿਰ ਅੱਛਾ, ਮੈਂ ਦੇਸ਼ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਦੇਸ਼ ਨੂੰ ਜਿਵੇਂ ਸੋਨੇ ਚਿੜੀਆ ਸੋਨੀ ਚਿੜੀਆ ਰਹੂਗੀ, ਦੇਸ਼ ਲਈ ਮੈਂ ਗੋਲਡ ਲੈ ਕੇ ਆਉਣਾ ਤਾਂ ਗੋਲਡ ਲਿਆ ਕੇ ਰਹੂੰਗਾ। ਸਰਕਾਰ ਕੁਛ ਮਰਜ਼ੀ ਕਰੀ ਆਵੇ, ਸਪੋਰਟਸਮੈਨ ਨੂੰ ਪੁੱਛੇ ਨਾ ਪੁੱਛੇ, ਆਪਾਂ ਹੀ ਦੇਖੋ ਦੇਸ਼ ਦਾ ਨਾਮ ਨਹੀਂ ਨੀਵਾਂ ਹੋਣ ਦੇਣਾ। ਸਰਕਾਰਾਂ ਨੀਵੀਆਂ ਹੁੰਦੀਆਂ ਹੋਈ ਜਾਂਦੇ, ਉਹ ਤਾਂ 100 ਸਰਕਾਰ ਆਉਣੀਆਂ, 100 ਆਉਣੀਆਂ, 100 ਜਾਣੀਆਂ, ਐਂ ਚੱਲਦਾ ਰਹਿਣਾ। ਤੇ ਹੁਣ ਫਿਰ ਆਖਰ ਕਰਕੇ ਇੰਨਾ ਜ਼ਿਆਦਾ ਤੁਸੀਂ ਰੱਖੀ ਹੈ, ਪਰਿਵਾਰ ਦੇ ਨਹੀਂ ਲੋਕ ਕਹਿੰਦੇ ਹੈਗੇ ਕਿ ਕਿਸੇ ਕੰਮਕਾਰ ਲੱਗ ਜਾਓ, ਛੱਡੋ ਪਰੇ ਕਾਹਦੇ ਵਾਸਤੇ? ਕਿਉਂਕਿ ਜਦੋਂ ਐਡੀ ਵੱਡੀ ਸਰਟੀਫਿਕੇਟਾਂ ਦੇ ਬਾਵਜੂਦ ਕਈ ਨੌਕਰੀ ਨਹੀਂ ਮਿਲੀ ਹੈਗੀ, ਤਾਂ ਆਖਰਕਾਰ ਹੁਣ ਅੱਗੇ ਦੀ ਕੋਈ ਉਮੀਦ ਬਚਦੀ ਹੈ? ਉਮੀਦ ਰੱਖੀ ਹੋਈ ਆ ਜੀ? ਉਮੀਦ ਦੇਖੋ ਜੀ, ਕੁਝ ਟਾਈਮ ਮੇਰੇ 'ਤੇ ਇੰਨਾ ਪ੍ਰੈਸ਼ਰ ਸੀ ਕਿ ਇਹਨੂੰ ਇੱਕ ਸਾਈਡ ਬੰਦ ਕਰਕੇ, ਮੈਡਲਾਂ ਨੂੰ ਪੇਟੀ ਵਿੱਚ ਬੰਦ ਕਰਕੇ ਇੱਕ ਕੋਰਨੇ 'ਤੇ ਰੱਖਦਾ। ਮੈਂ ਖੁਦ ਨਹਿਰ ਕੋਲੋਂ ਮੁੜ ਕੇ ਆਉਂਦਾ ਰਿਹਾ ਜੀ, ਇੱਕ ਵਾਰ ਨਹੀਂ, 2 ਵਾਰ ਨਹੀਂ, ਘੱਟੋ ਮੈਂ 7-8 ਵਾਰੀ ਮੈਂ ਮੁੜ ਕੇ ਆਉਂਦਾ ਰਿਹਾ। ਮੇਰਾ ਦਿਮਾਗ ਇਸ ਟਾਈਪ ਦਾ ਹੋ ਗਿਆ ਸੀ, ਸਰਕਾਰਾਂ ਨੂੰ ਦੇਖ ਕੇ, ਮਾਹੌਲ ਦਾ ਦੇਖ ਕੇ, ਨਸ਼ਾ ਇਹ ਵੱਧ ਗਿਆ। ਲੋਕੀ ਕਹਿੰਦੇ ਨਸ਼ਾ ਘਟਾਓ ਜੀ, ਲੋਕੀ ਕਹਿੰਦੇ ਇਹ ਸਪੋਰਟਸਮੈਨ ਨਸ਼ੇ 'ਚ ਪੈ ਗਿਆ, ਗੈਂਗਸਟਰ ਬਣ ਗਿਆ। ਕਿਉਂ ਬਣਦੇ ਆ? ਆਹੀ ਕਾਰਨ ਹੈ, ਨਸ਼ਾ ਮਾਫੀਆ। ਆਪਣੇ ਦੇਖੋ ਪੰਜਾਬ ਦੇ ਵਿੱਚ ਕਈ ਮਾਫੀਆ ਚੱਲ ਗਏ। ਮੈਂ ਤਾਂ ਪਹਿਲਾਂ ਇਕੱਲਾ ਇੱਕ ਰੇਤ ਮਾਫੀਆ, ਇੱਕ ਨਸ਼ਾ ਮਾਫੀਆ ਸੁਣਦਾ ਹੁੰਦਾ ਸੀ। ਹੁਣ ਤਾਂ ਨਸ਼ਾ ਮਾਫੀਆ, ਰੇਤ ਮਾਫੀਆ, PWD ਮਾਫੀਆ, ਵਾਟਰ ਸਪਲਾਈ ਮਾਫੀਆ, ਬਿਜਲੀ ਮਾਫੀਆ, ਹੁਣ ਤਾਂ ਇਹਦੇ ਨਾਲ ਹੋਰ ਕਈ ਮਾਫੀਆ ਚੱਲ ਜਾਣੀ। ਹੁਣ ਤਾਂ ਇਹ ਸਪੋਰਟਸ ਮਾਫੀਆ ਵੀ ਇੱਕ ਚੱਲ ਗਿਆ। ਇਹ ਤਾਂ ਇੱਕ ਹੋਰ ਸਰਕਾਰਾਂ ਜਦੋਂ ਬੱਚੇ ਨੂੰ ਆਉਂਦੀਆਂ ਉਦੋਂ ਹੀ ਨਾਲ ਦੀ ਨਾਲ ਮਦਦ ਕਰਦੀਆਂ, ਪੰਜਾਬ ਸਰਕਾਰ ਕਿਉਂ ਨਹੀਂ ਕਰਦੀ? ਬਾਕੀ ਥਾਵੇਂ ਤੁਹਾਡੇ ਨਾਲ ਦੇ ਹੋਰ ਵੀ ਪਲੇਅਰ ਹੁੰਦੇ ਹੋਣੇ, ਗੱਲਬਾਤ ਹੁੰਦੀ ਹੋਣੀ ਆਖਰਕਾਰ ਬਾਕੀਆਂ ਨੂੰ, ਕਿਸੇ ਨੂੰ ਜੇ ਕਹੀਏ ਹੋਰ ਸਟੇਟਾਂ ਦੇ, ਕਿਉਂਕਿ ਹਰਿਆਣੇ ਨਾਲ ਹੀ ਵਾਰੀ ਤੁਲਨਾ ਕਰੀ ਜਾਂਦੀ ਹੈ, ਕਿਉਂਕਿ ਹਰਿਆਣੇ 'ਚ ਹਮੇਸ਼ਾ ਦੇਖਦੇ ਜਾਂਦੇ ਵੀ ਕਿ ਖਿਡਾਰੀਆਂ ਨੂੰ ਆਹ ਦਿੱਤਾ, ਖਿਡਾਰੀਆਂ ਨੂੰ ਆਪ ਖੁਦ ਖਿਡਾਰੀ ਕਿਤੇ ਨਾ ਕਿਤੇ ਮੰਨਦੇ ਨੇਗੇ, ਲੱਗਦਾ। ਪਰ ਜਿਹੜੀ ਗੱਲ ਇਹ ਕਹਿੰਦੇ ਨੇ ਕਿ ਖੇਡ ਮੰਤਰੀ ਪੰਜਾਬ ਦੇ ਕਹਿੰਦੇ ਨੇ ਕਿ ਨਹੀਂ, ਤੁਸੀਂ ਤੁਲਨਾ ਉਹਨਾਂ ਨਾਲ ਨਾ ਕਰਿਆ ਕਰੋ, ਆਪਣਾ ਤਾਂ ਬਹੁਤ ਜ਼ਿਆਦਾ ਹੈਗਾ, ਪ੍ਰਾਈਜ਼ ਰੇਟ ਬਹੁਤ ਜ਼ਿਆਦਾ ਹੈ। ਦੇਖੋ ਜੀ, ਰੇਲਵੇ 'ਚ ਮੇਰਾ ਇੱਕ ਬਹੁਤ ਚੰਗਾ ਮਿੱਤਰ ਹੈ ਹਰਿਆਣੇ ਦਾ, 5 ਕਿਲੋਮੀਟਰ ਰਨਿੰਗ ਕਰਦਾ, ਇੰਡੀਆ ਦੇ ਨਾਮ ਰਿਕਾਰਡ ਵੀ ਉਹਦਾ ਹੀ। ਉਹ ਮੈਨੂੰ ਮਿਲਿਆ, ਉਹ ਮੇਰੇ 'ਤੇ ਹਮੇਸ਼ਾ ਹੱਸਦਾ ਹੈ। ਕਿਉਂ ਹੱਸਦਾ ਹੈ? ਪੰਜਾਬ ਦੇ ਅੰਦਰ ਜੋ ਸਪੋਰਟਸ ਦਾ ਹਾਲ ਹੈ ਉਹਦੇ ਕਰਕੇ। ਉਹ ਬੰਦਾ ਨਾਲ ਦੀ ਨਾਲ ਨੈਸ਼ਨਲ ਖੇਡ ਕੇ ਆ ਰਿਹਾ, ਨਾਲ ਦੀ ਨਾਲ ਜੋਬ ਮਿਲ ਰਹੀ ਹੈ। ਉਹ ਕਹਿੰਦਾ ਤੂੰ ਮੇਰੇ ਤੋਂ ਉੱਚੇ ਲੈਵਲ 'ਤੇ ਖੇਡਿਆ ਤਾਂ ਵੀ ਤੂੰ ਧੱਕੇ ਖਾਈ ਜਾਂਦਾ। ਇੱਕ ਹੀ ਬਹੁਤ ਵੱਡੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਜੋ ਦੂਸਰੀ, ਆਪਾਂ ਇੱਕ ਇੰਡੀਆ 'ਚ ਰਹਿੰਦੇ ਹਾਂ, ਇੰਡੀਆ ਇੱਕ ਸਾਰੀਆਂ ਸਟੇਟ ਇੱਕ ਪਰਿਵਾਰ ਹੈ, ਪਰ ਹਰੇਕ ਸਟੇਟ ਦੇ ਵਿੱਚ ਜਦੋਂ ਖਿਡਾਰੀਆਂ ਦੇ ਜਦੋਂ ਮਸਲੇ ਆਉਂਦੇ ਆ ਜਾਂ ਖਿਡਾਰੀਆਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਇੱਕ ਸਟੇਟ ਨੀਵਾਂ ਦਿਖਾਊਗੀ ਦੂਸਰੀ ਸਟੇਟ ਨੂੰ। ਤੇ ਫਿਰ ਹੁਣ ਆਖਰਕਾਰ ਜੇ ਗੱਲ ਕੀਤੀ ਜਾਵੇ, ਜਿਵੇਂ ਤੁਸੀਂ ਕਿਹਾ ਪਿੱਛੇ ਜੇ ਜਦੋਂ ਸਰਕਾਰਾਂ ਨੇ ਇਹ ਗੱਲ ਕਹਿਤੀ ਕਿ ਆਖਰ ਵੀ ਸਾਡੇ ਕੋਲ ਤਾਂ ਪਾਵਰ ਹੈ ਨਹੀਂ,
ਪਾਵਰ ਹੈ ਨਹੀਂ ਤਾਂ ਉਹ ਕੋਈ ਜਵਾਬ ਇਸ ਤਰ੍ਹਾਂ ਦਾ ਤੁਹਾਡੀ ਕੋਈ ਗੱਲਬਾਤ ਜਿਹੜੀ ਹੋਈ ਹੈਗੀ ਐਮਪੀ ਸਿੰਘ ਹੋਰਾਂ ਨਾਲ ਮਿਲ ਕੇ ਆਏ ਹੋ ਤੁਸੀਂ ਲਾਸਟ ਤੇ ਪਾਵਰ ਦਾ ਮਤਲਬ ਕੋਈ ਉਹਨਾਂ ਨੇ ਨਹੀਂ ਸਮਝਾਇਆ ਹੈਗਾ, ਖੇਡ ਵਿਭਾਗ ਕੋਲ ਪਾਵਰ ਨਹੀਂ, ਸਰਕਾਰ ਕੋਲ ਪਾਵਰ ਨਹੀਂ, ਜਾਂ ਉਹਨਾਂ ਦੇ ਅੰਦਰ ਡਿਪਾਰਟਮੈਂਟ ਨਹੀਂ ਆਉਂਦਾ ਸਮਝ? ਇਹ ਕਹਾਣੀ ਮੈਂ ਥੋੜੀ ਸਮਝ ਨਹੀਂ ਲੱਗੀ ਵੀ ਉਹਨਾਂ ਨੇ ਕਿਸ ਲਹਿਜੇ 'ਚ ਕਿਹਾ ਹੈ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪਾਵਰ ਹੈ ਨਹੀਂ। ਉਹਨਾਂ ਨੇ ਵੀ ਕਹਿੰਦੇ ਤੈਨੂੰ ਕਿਸੇ ਨੇ ਸਹੀ ਰਾਹ ਨਹੀਂ ਪਾਇਆ। ਮੈਂ ਦੇਖੋ ਜੀ, ਮੈਨੂੰ ਸਹੀ ਰਾਹ ਨਹੀਂ ਪਾਇਆ ਤਾਂ ਮੈਂ ਇੰਡੀਆ ਨਾਲ ਖੇਲਦਾ। ਜੇ ਮੇਰੇ ਨਾਲ ਕੋਈ ਨਹੀਂ ਸੀ ਤਾਂ ਮੈਂ ਇੰਡੀਆ ਨਹੀਂ ਖੇਲਦਾ। ਇੰਡੀਆ ਬਹੁਤ ਵੱਡੀ ਉੱਚੀ ਗੱਲ ਹੋ ਜਾਂਦੀ ਹੈ। ਚਲੋ ਉਹ ਛੱਡੋ, ਸੀ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਵੀ ਸਾਡੇ ਕੋਲ ਪਾਵਰ ਹੈ ਨਹੀਂ ਕਿਸੇ ਨੂੰ ਜੋਬ ਦੇਣ ਦੀ। ਤੁਹਾਨੂੰ ਜੋਬ ਕਿਵੇਂ ਦੇ ਦਈਏ? ਕਹਿੰਦੇ ਜਿਹੜੀਆਂ ਤੁਹਾਡੀਆਂ ਨਿਊਜ਼ਪੇਪਰ 'ਚ ਕਟਿੰਗਾਂ ਆਉਂਦੀਆਂ ਜਾਂ ਕੋਈ ਪੋਸਟਾਂ ਨਿਕਲਣੀਆਂ ਉਹ ਤੁਸੀਂ ਭਰੋ, ਤੇ ਤੁਹਾਨੂੰ ਜੇ ਤੁਸੀਂ ਯੋਗਤਾ ਅਨੁਸਾਰ ਹੋਏ ਤਾਂ ਤੁਹਾਨੂੰ ਜੋਬ ਮਿਲ ਜੂਗੀ, ਨਹੀਂ ਤਾਂ ਨਹੀਂ ਧੱਕੇ ਖਾਓ। ਵੀ ਮੈਰਿਟ ਬਣੂਗੀ ਜੇ ਨਾ ਬਣੂਗੀ, ਇਹ ਕਹਿਣ ਦਾ ਮਤਲਬ ਇਹ ਹੈਗਾ ਵੀ ਮੈਰਿਟ ਵੀ ਕਿਤੇ ਨਾ ਕਿਤੇ ਬਣਾਉਂਦੇ ਹੋਣੇ। ਹਾਂ, ਮੈਰਿਟ ਵੀ ਕਿਤੇ ਨਾ ਕਿਤੇ ਬਣਾਉਂਦੇ ਹੋਣਗੇ, ਜ਼ਰੂਰ ਬਣਾਉਂਦੇ ਜੀ। ਮੈਰਿਟ ਦੇ ਵਿੱਚ ਹੁਣ ਇੱਕ ਭ੍ਰਸ਼ਟਾਚਾਰ ਵਾਲੀ ਹੋ ਗਈ, ਹਰੇਕ ਕਿਤੇ ਨਾ ਕਿਤੇ ਸਿਫਾਰਿਸ਼ ਵੀ ਚੱਲਦੀ ਹੈ, ਪੈਸਾ ਵੀ ਚੱਲਦਾ। ਇਹ ਲੱਗਿਆ ਕਿਤੇ ਕੋਈ ਮਹਿਸੂਸ ਹੋਈ ਕਿਤੇ ਜਦੋਂ ਗਏ ਕਿਤੇ ਕਰੇ ਵੀ ਹਾਂ ਜੇ ਮੇਰੇ ਕੋਲ ਪੈਸਾ ਹੁੰਦਾ ਤੇ ਸਿਫਾਰਿਸ਼ ਹੁੰਦੀ ਸ਼ਾਇਦ ਲੱਗ ਜਾਂਦਾ ਮੈਂ? ਦੇਖੋ ਜੀ, ਕੋਈ ਟਾਈਮ ਇਹੋ ਜਿਹਾ ਸੀ ਕਿਤੇ ਮੈਨੂੰ ਕੋਈ ਚੰਗੀਆਂ ਮੋਟੀਆਂ ਰਕਮਾਂ, ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਚੰਗੀਆਂ ਮੋਟੀਆਂ ਰਕਮਾਂ ਮੇਰੇ ਤੋਂ ਮੰਗੀਆਂ ਸੀ। ਜਿਵੇਂ ਅੱਜ ਦੇ ਟਾਈਮ ਮੈਂ ਉਹ ਪਿਛਲੇ 4 ਸਾਲਾਂ 'ਚ ਉਹ ਰਕਮਾਂ ਦੀ ਮੈਂ ਕਿਤੇ ਇੱਧਰ ਉੱਧਰ ਸੈਟਿੰਗ ਕਰਕੇ ਜਾਂ ਵਿਆਜੋਂ ਫੜ ਕੇ ਮੈਂ ਦੇ ਦਿੰਦਾ, ਮੈਂ ਹਾਂ ਮੰਨਦਾ ਮੈਂ ਅੱਜ ਕੋਈ ਚੰਗੇ ਰੈਂਕ 'ਤੇ ਬੈਠਾ ਹੁੰਦੀ। ਨਾਲ ਦੇ ਜਿਹੜੇ ਖਿਡਾਰੀ ਹੋਰ ਖੇਡ ਕੇ ਆਏ, ਜਿਵੇਂ ਹਰਿਆਣੇ ਦੀ ਤੁਸੀਂ ਗੱਲ ਕਰਦੇ ਹੋਗੇ, ਹੋਰ ਵੀ ਲੱਗ ਗਏ ਹੋਣਗੇ ਕੋਈ ਇੱਕਾ ਦੁੱਕਾ ਹੀ ਨੇ? ਕੋਈ ਮੇਰੇ ਨਾਲ ਦੇ 3 ਜੋ ਖਿਡਾਰੀ ਸੀਗੇ, ਕੋਈ ਡੀਐਸਪੀ ਹੈ, ਕੋਈ ਸਬ ਇੰਸਪੈਕਟਰ ਹੈ। ਮਹਾਰਾਸ਼ਟਰ ਦੀ ਗੱਲ ਕਰੀਏ, ਮਹਾਰਾਸ਼ਟਰ ਦੇ ਮੇਰੇ ਨਾਲ ਦੇ ਸਬ ਇੰਸਪੈਕਟਰ ਹੈ ਜੀ। ਹਰੇਕ ਮਤਲਬ ਕਿਤੇ ਨਾ ਕਿਤੇ ਫਿਰ ਉਹਨਾਂ ਦੀ ਜਿਹੜੀ ਸਰਕਾਰ ਹੈ ਉਹ ਆਂਦੀ ਸੁਣਵਾਈ ਕਰ ਰਹੀ ਹੈ ਜਵਾਕ ਦੀ। ਮੈਂ ਤੁਹਾਨੂੰ ਯਕੀਨ ਨਹੀਂ ਮੰਨੋਗੇ, ਮੈਂ ਜਦੋਂ ਡੀਜੀਪੀ ਹੈੱਡਕੁਆਟਰ ਗਿਆ ਤਾਂ ਕੁਛ ਉੱਥੇ ਮੈਨੂੰ ਚੰਗੇ ਖਿਡਾਰੀ ਮਿਲੇ ਜੋ ਉੱਥੇ ਲੱਗੇ ਹੋਏ ਨੇ। ਚਲੋ ਜਿਵੇਂ ਵੀ ਪ੍ਰਮਾਤਮਾ ਨੇ ਕੀ ਪਤਾ ਆਪਦੀ ਮਿਹਨਤ ਦੇ ਬਦੌਲਤ ਲੱਗਿਆ ਹੋਣਾ, ਕਿਸੇ ਨੂੰ ਮੈਂ ਮਾੜਾ ਨਹੀਂ ਬੋਲਾਂਗਾ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਵੀ ਤੂੰ ਹਰਿਆਣਾ ਦੇ ਡੀਜੀਪੀ ਨੂੰ ਮਿਲ, ਹਰਿਆਣੇ ਵਾਲਿਆਂ ਨੂੰ ਅਪਰੋਚ ਕਰਨ ਲੱਗ ਹਰਿਆਣਾ ਨੂੰ ਅਪਰੋਚ ਕਰ ਲਿਆ ਵੀ ਹਰਿਆਣਾ ਨੂੰ ਡੀਜੀਪੀ ਨੂੰ ਮਿਲ। ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ, ਮੈਂ ਕਿਹਾ ਯਾਰ ਆਪਣੀ ਸਰਕਾਰ ਪੁੱਛਦੀ ਆ ਨਾ ਪੁੱਛੇ, ਜੋਬ ਦਿੰਦੀ ਆ ਨਾ ਦੇਵੇ, ਸਹੂਲਤ ਦਿੰਦੀ ਆ ਨਾ ਦੇਵੇ, ਪਰ ਮੈਂ ਆਪਦੇ ਰਾਜੇ ਨੂੰ ਧੋਖਾ ਕਦੇ ਨਹੀਂ ਦੇ ਸਕਦਾ। ਮੈਂ ਇਹ ਜਾਂਦੇ ਦੇ ਪੁੱਛਣ ਲੱਗਿਆ ਸੀਗਾ ਵੀ ਕਦੇ ਇਹ ਨਹੀਂ ਮਨ ਹੋਇਆ ਹੈਗਾ ਕਿ ਮੈਂ ਪੰਜਾਬ ਨੂੰ ਉਹ ਕਰਦਾ ਰਿਪਰੈਜ਼ੈਂਟ, ਕਿਉਂਕਿ ਕਈ ਵਾਰ ਦੂਜੀਆਂ ਸਟੇਟਾਂ ਚੰਗੇ ਖਿਡਾਰੀਆਂ ਨੂੰ ਕਹਿ ਦਿੰਦੀਆਂ ਨੇਗੀਆਂ ਜਾਂ ਅਪਰੋਚ ਕਰ ਲੈਂਦੀਆਂ ਨੇ ਕਿਵੇਂ ਨਾ ਕਿਵੇਂ, ਉਹਨਾਂ ਦੀ ਮਨਸ਼ਾ ਇਹ ਹੁੰਦੀ ਹੈ ਵੀ ਚਲੋ ਸਾਡੇ ਕੰਨੀ ਖੇਡੂ, ਸਾਡਾ ਨਾਮ ਉੱਚਾ ਹੋਊਗਾ। ਮੈਨੂੰ ਬਹੁਤ ਵਾਰ ਕਿਹਾ ਗਿਆ, ਮੈਂ ਬੀਕਾਨੇਰ ਵੱਲੋਂ ਮੈਨੂੰ ਕੋਚਿਸ ਤਾਂ ਮਿਲਦੀ ਹੋਣੇ, ਕੋਚਿਸ ਮਿਲਦੀ, ਉਹ ਬੀਕਾਨੇਰ ਵੱਲੋਂ ਮੈਨੂੰ ਆਫਰ ਆਈ ਸੀ ਵੀ ਐਨਓਸੀ ਦਿਓ, ਅਸੀਂ ਤੁਸੀਂ ਬੀਕਾਨੇਰ ਵੱਲੋਂ ਖੇਡ ਲਓ। ਹੁਣ ਕੇਰਲਾ ਵੱਲੋਂ ਵੀ ਆਈ ਸੀਗੀ, 2-3 ਵਾਰੀ ਉੱਧਰੋਂ ਆਈ ਹੋਈ ਹੈ। ਮੈਨੂੰ ਬਹੁਤ ਵਾਰੀ ਮੌਕਾ ਮਿਲਿਆ, ਪਰ ਮੈਂ ਇੱਕ ਗੱਲ ਕਹਿਣਾ, ਮੈਂ ਆਪਦੇ ਰਾਜ ਨੂੰ ਧੋਖਾ ਨਹੀਂ ਦੇ ਸਕਦਾ, ਸਟੇਟ ਨੂੰ ਮੈਂ ਕਦੇ ਧੋਖਾ ਨਹੀਂ ਦੇ ਸਕਦਾ। ਤੇ 5 ਦਿਰਾਵਾਂ ਦੀ ਧਰਤੀ ਮੰਨੀ ਗਈ ਹੈ ਪੰਜਾਬ, ਜੋ 5 ਦਿਰਾਵਾਂ ਦੀ ਧਰਤੀ ਹੈ ਤਾਂ 5 ਜੋ ਆਪਣੇ ਸਾਹਿਬਜ਼ਾਦੇ ਹੈ, ਸਾਹਿਬਜ਼ਾਦਿਆਂ ਦੇ ਨਾਮ 'ਤੇ ਜਿਹੜੀ ਚੱਲਦੀ ਹੈ ਆਪਣੀ ਗੁਰੂਆਂ ਦੇ ਵਿੱਚ, ਤਾਂ ਉਹਨੂੰ ਮੈਂ ਬਰਕਰਾਰ ਉਵੇਂ ਕੰਟੀਨਿਊ ਰੱਖਾਂਗਾ। ਮੈਂ ਕਦੇ ਉਹਨਾਂ ਨੂੰ ਧੋਖਾ ਨਹੀਂ ਦੇ ਸਕਦਾ ਪੰਜਾਬ। ਪਰ ਆਖਰਕਾਰ ਲਾਸਟ 'ਚ ਨਹੀਂ ਪੁੱਛੂੰ ਹੁਣ ਕੀ ਪਿੱਛੇ ਰਹਿ ਕੀ ਗਿਆ ਕਿ ਇੰਨਾ ਖੇਡ ਲਏ, ਚਿੱਠੀਆਂ ਪੱਤਰ ਵੀ ਚਲੋ ਜਿੰਨੇ ਕੁ ਵੀ ਆਈ ਗਏ, ਇਹਨਾਂ 'ਚ ਵੀ ਨੌਕਰੀ ਦਾ ਤਾਂ ਕੋਈ ਖੈਰ ਆਇਆ ਨਹੀਂ ਹੈਗਾ, ਪਰ ਉਦੋਂ ਬਾਅਦ ਹੁਣ ਲੱਗਦਾ ਵੀ ਅੱਗੇ ਖੇਡ ਜਿਵੇਂ ਜਾਰੀ ਰੱਖੇ। ਸਟੇਟ ਤੁਸੀਂ ਕਹਿੰਦੇ ਹੋ ਵੀ ਮੈਂ ਕਦੇ ਧੋਖਾ ਖੈਰ ਦੇਣਾ ਵੀ ਨਹੀਂ ਚਾਹੀਦਾ ਆਪਦੇ ਸੂਬੇ ਨੂੰ ਤੇ ਆਪਦੇ ਦੇਸ਼ ਨੂੰ, ਪਰ ਆਖਰ 'ਚ ਹੱਥ ਪੱਲੇ ਲੱਗਿਆ ਕੀ? ਕਿਉਂਕਿ ਅੱਗੇ ਵੀ ਕੋਈ ਨੌਕਰੀ ਦੀ ਆਸ ਲੱਗਦਾ ਤੁਹਾਨੂੰ ਵੀ ਮਿਲ ਜੂਗੀ ਅੱਗੇ? ਦੇਖੋ, ਇੱਕ ਆ ਪੱਤਰ ਆਇਆ ਸੀ ਮੈਨੂੰ, ਇਹ ਰੋਜ਼ਗਾਰ ਡਾਇਰੈਕਟਰ ਸਾਹਿਬ ਵੱਲੋਂ ਹੈ ਪੱਤਰ। ਇਹਦੇ ਵਿੱਚ ਪੱਤਰ ਵਿੱਚ ਜਿਹੜੀ ਮੇਰੇ ਫਾਈਲ ਆ ਰੋਜ਼ਗਾਰ ਦਫ਼ਤਰ ਵਿੱਚ ਪਹੁੰਚੀ, ਰੋਜ਼ਗਾਰ ਦਫ਼ਤਰ ਵਿੱਚ ਪਹੁੰਚੀ, ਇੱਥੇ 5500 ਦੀ ਜੋਬ, ਪ੍ਰਾਈਵੇਟ ਜੋਬ ਹੈ, ਕਰੋ ਆਪਦੀ। ਕਹਿੰਦੇ ਕਰ ਲਓ, ਹਾਂ ਇਹ ਕਰ ਲਓ, 5500 ਦੀ ਜੋਬ ਕਰ ਲਓ। ਅਸੀਂ ਇੰਨੀ ਮਿਹਨਤ ਕਰਕੇ 5500 ਦੀ ਜੋਬ ਕਰਨੀ ਆ, ਅਸੀਂ ਇੰਡੀਆ ਖੇਲਣਾ। ਇਹਦੇ ਵਿੱਚ ਮੁੱਕਦੀ ਗੱਲ ਹੀ ਮੁਕਾਤੀ ਕਿ ਸਾਡੇ ਕੋਲ ਕੋਈ ਉਪਬੰਧ ਨਹੀਂ ਹੈ, ਸਾਡੇ ਕੋਲ ਕੋਈ ਉਪਬੰਧ ਨਹੀਂ ਹੈ ਵੀ ਕਿਸੇ ਨੂੰ ਨੌਕਰੀ ਦਿੰਦੇ ਵੀ ਤੁਹਾਡੇ ਕੋਲ ਜੇ ਕੋਈ ਇਸ਼ਤਿਹਾਰ ਜਾਂ ਕੋਈ ਕਿਤੇ ਨਿਊਜ਼ਪੇਪਰ 'ਚ ਕਟਿੰਗ ਆਉਂਦੀ ਉੱਥੇ ਭਰੋ ਆਪਦੇ, ਤੇ ਯੋਗਤਾ ਅਨੁਸਾਰ ਜੋਬ। ਯਾਨੀ ਕਿ ਡਿਪਾਰਟਮੈਂਟ ਨਹੀਂ ਜਵਾਬ ਦਿੱਤਾ? ਡਿਪਾਰਟਮੈਂਟ ਨੇ ਜਵਾਬ ਦਿੱਤਾ। ਇਹ ਚਿੱਠੀ ਲਿਖੀ ਸੀ ਤੁਸੀਂ ਉਦੋਂ ਬਾਅਦ? ਇਹ ਲੇਟੈਸਟ ਹੈਗਾ ਕਹਿੰਦਾ? ਚਿੱਠੀਆਂ ਲਿਖੀਆਂ ਹੋਈਆਂ ਮੇਰੀਆਂ, ਸਾਰੀ ਚਿੱਠੀਆਂ ਦੀ ਰਿਪਲਾਈ ਹੈ, ਉਹਨਾਂ ਦੇ ਜਵਾਬ ਆਈ ਹੋਈ ਸਾਰੇ।
ਬਿਲਕੁਲ ਆਪਦੇ ਆਪ ਦੇ ਵਿੱਚ ਕਿਹਾ ਜਾ ਸਕਦਾ ਕਿ ਹੁਣ ਆਖਰਕਾਰ ਇੰਨੇ ਸਰਟੀਫਿਕੇਟ ਤੇ ਐਡੀਆਂ ਮੋਟੀਆਂ ਫਾਈਲਾਂ ਦੇਖ ਕੇ ਕਿਹਾ ਕੀ ਜਾਵੇ ਕਿ ਡਿਪਾਰਟਮੈਂਟ ਨੂੰ ਕੀ ਸ਼ਾਇਦ ਇਹ ਚੀਜ਼ਾਂ ਪਤਾ ਨਹੀਂ ਲੱਗਿਆ, ਕਿਉਂਕਿ ਚਿੱਠੀ ਪੱਤਰ ਵੀ ਸਾਰਾ ਪੂਰਾ ਕਰਿਆ ਹੋਇਆ ਮੁੰਡੇ ਨੇ ਤੇ ਸਾਰੇ ਤਰ੍ਹਾਂ ਦੀਆਂ, ਕਿਉਂਕਿ ਜਦੋਂ ਵੀ ਜਿਹੜਾ ਵੀ ਕੋਈ ਨੈਸ਼ਨਲ ਖੇਡਦਾ, ਜਦੋਂ ਜਾਂ ਸਟੇਟ ਖੇਡਦਾ, ਇੰਟਰਨੈਸ਼ਨਲ ਖੇਡਦਾ, ਤਾਂ ਉਹਦਾ ਰਿਕਾਰਡ ਸਰਕਾਰਾਂ ਕੋਲ ਹੁੰਦਾ। ਪਰ ਆਖਰ ਕਰਕੇ ਇਹ ਜੇ ਦੇਖੀਏ ਕੁਨਾਰ ਦੀ ਜਿਹੜੀ ਕਹਾਣੀ, ਕੁਨਾਰ ਇੱਕ ਚੀਜ਼ ਹੋਰ ਦੱਸੋ, ਮੇਰੇ ਯਾਦ ਆ ਗਿਆ ਪਿੱਛੇ ਜੇ ਕਈ ਨੌਕਰੀਆਂ ਅਨਾਉਂਸ ਹੋਈਆਂ ਸੀਗੀਆਂ, ਤੁਹਾਨੂੰ ਦੇਖੀਆਂ ਹੋਣੀਆਂ ਤਰਸ ਦੇ ਆਧਾਰ ਤੇ ਵਾਲੀਆਂ, ਖੈਰ ਉਹ ਬਾਅਦ ਚ ਉਹਨਾਂ ਦਾ ਪੋਲੀਟੀਕਲੀ ਰੌਲਾ ਪੈ ਗਿਆ। ਉਹ ਨੌਕਰੀਆਂ ਨੂੰ ਲੈ ਕੇ ਕਦੇ ਕੋਈ ਜ਼ਿਕਰ ਹੋਇਆ ਕਿਤੇ ਕਿ ਆਖਰਕਾਰ ਸ਼ਾਇਦ ਮੇਰੇ ਤੇ ਵੀ ਤਰਸ ਹੋ ਜਾਂਦਾ? ਮੇਰੇ ਇਸ ਤੋਂ ਪਹਿਲਾਂ ਕਈ ਜਣੇ ਮੈਨੂੰ ਵੱਡੇ ਵੱਡੇ ਨਿਊਜ਼ ਚੈਨਲ ਜਾਂ ਕਈ ਮੈਨੂੰ ਹੋਰ ਜੋ ਐਡਵਰਟਾਈਜ਼ਰ ਵਾਲੇ ਆਉਂਦੇ ਆ, ਕਈ ਵਾਰੀ ਉਹਨਾਂ ਨੇ ਮੈਨੂੰ ਸਵਾਲ ਬਹੁਤ ਚੰਗਾ ਪੁੱਛਿਆ, ਮੈਂ ਵੀ ਉਹ ਚੀਜ਼ ਦਾ ਰਿਪਲਾਈ ਮੈਂ ਇੱਕੋ ਹੀ ਵਾਰ-ਵਾਰ ਕਹਿੰਦਾ ਜਾਵਾਂਗਾ। ਮੈਂ ਕਿਹਾ ਸੀਗਾ ਜੀ ਉਦੋਂ ਕਿ ਉਹਨਾਂ ਨੂੰ ਗਰਾਊਂਡ ਵਿੱਚ ਬੁਲਾ ਲਓ, ਮੈਨੂੰ ਗਰਾਊਂਡ ਵਿੱਚ ਬੁਲਾ ਲਓ। ਜਿਹਦੀ ਐਕਸੀਡੈਂਟ ਨਿਕਲੀ, ਜਿਹਦੀ ਮਿਹਨਤ ਹੋਈ, ਉਹ ਵਰਦੀ ਪਾ ਲੂਗਾ, ਇੱਕ ਜਣਾ ਸਾਈਡ 'ਤੇ ਪੈ ਜਾਊਗਾ। ਮੈਂ ਕਹਿੰਦਾ ਨਹੀਂ, ਉੱਥੇ ਕਿਤੇ ਇੱਕ ਟਰਾਇਲ ਲੈਣ ਵਾਲਾ ਬੰਦਾ ਹੁੰਦਾ ਹੈ, 20 ਜਣਿਆਂ ਦਾ ਗਰੁੱਪ ਬਣਾਓ ਟਰਾਇਲ ਦਾ, ਕਿ ਇੱਕ ਸਿਲੈਕਟਰ ਬਿਠਾਓ ਉੱਥੇ, ਇੱਕ ਸਟੈਪ ਚੈੱਕ ਕਰਨ ਵਾਲਾ ਬਿਠਾਓ ਉੱਥੇ। ਜੋ 19-21 ਦਾ ਵੀ ਫਰਕ ਹੋਇਆ, ਮੈਂ ਗੇਮ ਛੱਡ ਦੂੰਗਾ। ਜੋ 19-21 ਦਾ ਵੀ ਫਰਕ ਮੈਂ ਲੈ ਦਿੱਤਾ। ਬਿਲਕੁਲ ਹੁਣ ਇਹਦੇ 'ਚ ਜੇ ਕਹੀਏ ਕਿ ਕਹਿਣ ਨੂੰ ਕੁਝ ਪਿੱਛੇ ਬਚਦਾ ਨਹੀਂ ਹੈਗਾ, ਖੈਰ ਕਿ ਆਖਰ ਇੰਨੇ ਸਰਟੀਫਿਕੇਟ, ਇੰਨੀ ਜ਼ਿਆਦਾ ਮਿਹਨਤ ਤੇ ਅੱਗੇ ਮਿਹਨਤ ਹਜੇ ਪੁੰਡਾ ਕਰ ਰਿਹਾ ਤੇ ਆਪਦੀ ਇਮਾਨਦਾਰੀ ਵੀ ਉਹਨੇ ਦਿਖਾਤੀ, ਕਹਿੰਦਾ ਨਾ ਸੂਬਾ ਛੱਡੂ ਨਾ ਦੇਸ਼ ਛੱਡੂ। ਤਾਂ ਆਖਰ ਕਰਕੇ ਇਸ ਤੋਂ ਬਾਅਦ ਹੁਣ ਕਿਹਾ ਕੀ ਜਾਵੇ ਕਿ ਸਰਕਾਰਾਂ ਜਿਹੜੇ ਦਾਅਵੇ ਕਰਦੀਆਂ ਨੇ, ਖੇਡ ਵਿਭਾਗ ਪੰਜਾਬ ਦਾ ਬੜੇ ਵੱਡੇ ਵੱਡੇ ਦਾਅਵੇ ਕਰਦਾ, ਅਸੀਂ ਖੁਦ ਕੰਨੀ ਸੁਣਦੇ ਹਾਂ, ਦੇਖਦੇ ਹਾਂ ਕਿ ਜਦੋਂ ਕੋਈ ਪ੍ਰੋਗਰਾਮ ਹੁੰਦੇ ਨੇ ਤਾਂ ਆਖਰ ਫਿਰ ਉਹ ਦਾਅਵਿਆਂ 'ਚ ਇਹ ਚੀਜ਼ਾਂ ਕਿੱਥੇ ਰੁਲ ਜਾਂਦੀਆਂ ਨੇ। ਦੇਖਣ ਦੀ ਲੋੜ ਹੈ ਕਿ ਆਖਰਕਾਰ ਜੇ ਸਰਕਾਰਾਂ ਸੱਚੋਂ ਕਰਨਾ ਚਾਹੁੰਦੇ ਨੇ, ਚਲੋ ਅਸੀਂ ਤਾਂ ਇਹ ਵੀ ਮੰਨ ਲੈਂਦੇ ਹਾਂ ਵੀ ਇਹਦੀ ਗੱਲ ਨੂੰ ਵੀ ਪਿੱਛੇ ਛੱਡੀਏ ਕੁਨਾਰ ਨੂੰ ਵੀ, ਕਿ ਜੇ ਕੋਈ ਅੱਖੋਂ ਪਰੋਖੇ ਹੋ ਗਈ ਆ ਗੱਲ ਤਾਂ ਸ਼ਾਇਦ ਉਹ ਚੀਜ਼ ਨੂੰ ਦੁਹਰਾ ਕੇ ਕਮ ਸੇ ਕਮ ਖਿਡਾਰੀਆਂ ਦਾ ਮਨ ਵਧਾਇਆ ਜਾਵੇ। ਕਿਉਂਕਿ ਜਿਵੇਂ ਕਹਿੰਦਾ ਵੀ 6-7 ਵਾਰੀ ਮੈਂ ਨਹਿਰੋਂ ਮੁੜ ਆਇਆ, ਤਾਂ ਇੱਕ ਜ਼ਿੰਦਗੀ ਦਾ ਵੀ ਸਵਾਲ ਹੈ, ਕਿਉਂਕਿ ਜ਼ਿੰਦਗੀ ਮਿਲਣੀ ਸੌਖੀ ਨਹੀਂ ਹੈਗੀ, ਪਰ ਜਦੋਂ ਮਨ ਟੁੱਟਦਾ ਤਾਂ ਉਦੋਂ ਸ਼ਾਇਦ ਇਸ ਪਾਸੇ ਨੂੰ ਜਾਂਦਾ। ਖੈਰ ਇਸ ਪਾਸੇ ਜਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਦੋਂ ਮਿਹਨਤ ਤੁਸੀਂ ਕਰਦੇ ਹੋ ਕਦੇ ਨਾ ਕਦੇ ਤਾਂ ਫਲ ਲੱਗਣਗੇ, ਇਹੀ ਉਮੀਦ ਦੇ ਵਿੱਚ ਕੁਨਾਰ ਬੈਠਾ ਹੈ। ਪਰ ਉਮੀਦ ਇਹ ਕਰਾਂਗੇ ਕਿ ਖੇਡ ਵਿਭਾਗ ਜੇ ਕਿਤੇ ਦੇਖਦਾ ਹੋਵੇ ਤੇ ਸੁਣਦਾ ਹੋਵੇ ਤਾਂ ਇਹ ਚੀਜ਼ਾਂ ਦੇਖਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਆਖਰਕਾਰ ਜੇ ਕਿਸੇ ਦਾ ਬਣਦਾ ਕੋਈ ਮੁੱਲ ਹੈਗਾ ਉਹ ਤਾਰ ਦੇਣਾ ਚਾਹੀਦਾ। ਕਿਉਂਕਿ ਦੂਜੇ ਸੂਬੇ ਜਦੋਂ ਅਪਰੋਚ ਕਰਨ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਕਿ ਸਾਡਾ ਖਿਡਾਰੀ ਮਾਣ ਰੱਖਦਾ ਕਿਤੇ ਨਾ ਕਿਤੇ, ਇਸੇ ਲਈ ਦੂਜੇ ਉਹਨੂੰ ਅਪਰੋਚ ਕਰ ਰਹੇ ਨੇ। ਖੈਰ ਦੇਖਣਾ ਹੋਊਗਾ, ਇੰਤਜ਼ਾਰ ਰਹੂਗਾ, ਚੰਗੀ ਹੋਊਗਾ ਕਿ ਸੁਨੇਹਾ ਕੋਈ ਇਹੋ ਜਿਹਾ ਆਵੇ ਕਿ ਆਖਰਕਾਰ ਕੁਨਾਰ ਨੂੰ ਵੀ ਉਹਦਾ ਬਣਦਾ ਹੱਕ ਮਿਲ ਜੇ ਤੇ ਸਪੋਰਟਸ ਪਾਲਿਸੀਆਂ ਦੇ ਅੰਡਰ ਹੀ, ਵਾਧੂ ਨਹੀਂ, ਪਾਲਿਸੀਆਂ ਦੇ ਅੰਡਰ ਹੀ ਕੋਈ ਰੁਤਬਾ ਜਾਂ ਕੋਈ ਖੇਡ ਦੇ ਨਾਲ ਇਸ ਤਰ੍ਹਾਂ ਦੀ ਕੋਈ ਕੰਮ ਮਿਲ ਜੇ ਕਿ ਕਮ ਸੇ ਕਮ ਉਹਦਾ ਗੁਜ਼ਾਰਾ ਤਾਂ ਕਰ ਲੇ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸਮੀਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।